ਬੱਚਿਓ ਅੱਜ ਆਪਾਂ ਫਸਟ ਚੈਪਟਰ ਦੀ ਥਰਡ ਵੀਡੀਓ ਬਣਾਉਣ ਜਾ ਰਹੇ ਹਾਂ। ਇਹਦੇ ਵਿੱਚ ਆਪਾਂ ਇਹ ਸਿੱਖਾਂਗੇ ਕਿ ਫੰਕਸ਼ਨਸ ਕੀ ਹੁੰਦੇ ਨੇ। ਤਾਂ ਸ਼ੁਰੂ ਕਰਦੇ ਹਾਂ। ਬਸ ਅੱਜ ਆਪਾਂ ਇਹਦੇ ਬੇਸਿਕ ਹੀ ਕਰਨੇ ਨੇ। ਜੋ ਫੰਕਸ਼ਨ ਹੈ ਇਹਦੇ ਬੇਸਿਕ ਕੀ ਨੇ। ਤਾਂ ਫੰਕਸ਼ਨ ਪਹਿਲਾਂ ਮੈਥਮੈਟੀਕਲ ਡੈਫੀਨੇਸ਼ਨ ਕਰਨ ਤੋਂ ਪਹਿਲਾਂ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਸਮਝਦੇ ਹਾਂ ਕਿ ਫੰਕਸ਼ਨ ਕੀ ਹੁੰਦਾ। ਤਾਂ ਦੇਖੋ, ਜਿਵੇਂ ਮੰਨ ਲਓ ਕੋਈ ਆਪਣੇ ਕੋਲ ਫੈਕਟਰੀ ਹੈ, ਠੀਕ ਹੈ। ਮੰਨ ਲਓ ਇਹ ਚਿਪਸ ਬਣਾਉਣ ਦੀ ਫੈਕਟਰੀ ਹੈ। ਤਾਂ ਇਹਦੇ ਵਿੱਚ ਆਪਾਂ ਇਧਰਲੀ ਸਾਈਡ ਦੀ ਮੰਨ ਲਓ ਪੋਟੈਟੋ ਆਪਾਂ ਲੈ ਕੇ ਆਏ ਤੇ ਇਹਦੇ ਵਿੱਚ ਆਪਾਂ ਨੇ ਇਨਪੁੱਟ ਕਰਤੇ ਫੈਕਟਰੀ ਦੇ ਵਿੱਚ, ਤੇ ਜਦੋਂ ਬਾਹਰੇ ਦੇਖਿਆ ਤਾਂ ਆਪਾਂ ਨੂੰ ਚਿਪਸ ਮਿਲ ਜੂਗੀ। ਮੰਨ ਲਓ ਐਵੇਂ ਪੈਕਟ ਨੇ, ਇਹ ਚਿਪਸ ਦੇ ਪੈਕਟ ਮਿਲ ਜਾਣਗੇ। ਇਹ ਫੈਕਟਰੀ ਹੈ। ਤਾਂ ਜੋ ਆਪਾਂ ਇਨਪੁੱਟ ਦਿੱਤਾ ਸੀਗਾ ਤੇ ਜੋ ਬਾਹਰ ਚਿਪਸ ਬਣ ਕੇ ਆ ਗਈ, ਤਾਂ ਇੱਕ ਵਿੱਚ ਇਹਦੇ ਸੈਂਟਰ 'ਚ ਕੋਈ ਚੀਜ਼ ਸੀਗੀ ਜਿਹਨੇ ਇਹਨੂੰ ਇਹਦੇ ਵਿੱਚ ਚੇਂਜ ਕਰਤਾ। ਤਾਂ ਇਹਨੂੰ ਆਪਾਂ ਸਮਝ ਲਓ ਕਿ ਇਸ ਤਰੀਕੇ ਦਾ ਹੁੰਦਾ ਫੰਕਸ਼ਨ। ਜਿਹੜਾ ਕਿਸੇ ਚੀਜ਼ ਨੂੰ ਆਪਾਂ ਉਹਦੇ ਵਿੱਚ ਇਨਪੁੱਟ ਕਰੀਏ, ਕੁਝ ਹੋਰ ਆਪਾਂ ਨੂੰ ਬਣਾ ਕੇ ਬਾਹਰੇ ਦੇ ਦਿੰਦਾ। ਤਾਂ ਇਹਨੂੰ ਸਾਰੇ ਪ੍ਰੋਸੈਸ ਨੂੰ ਆਪਾਂ ਫੰਕਸ਼ਨ ਵਾਂਗੂ ਸਮਝ ਸਕਦੇ ਹਾਂ। ਪੋਟੈਟੋ ਆਪਾਂ ਮਸ਼ੀਨ 'ਚ ਪਾਏ, ਫੈਕਟਰੀ ਨੂੰ ਦਿੱਤੇ, ਉਹਨੇ ਆਪਾਂ ਨੂੰ ਚਿਪਸ ਬਣਾ ਕੇ ਵਾਪਸ ਦੇਤੀ। ਤਾਂ ਜੋ ਇਨਪੁੱਟ ਪਾਏ, ਜੋ ਆਊਟਪੁੱਟ ਨਿਕਲਿਆ, ਤਾਂ ਜਿਹਨੇ ਇਨਪੁੱਟ ਨੂੰ ਆਊਟਪੁੱਟ 'ਚ ਚੇਂਜ ਕੀਤਾ ਉਹ ਫੈਕਟਰੀ ਹੀ ਆਪਣਾ ਫੰਕਸ਼ਨ ਹੈ। ਤਾਂ ਜੋ ਇਨਪੁੱਟ ਹੁੰਦੇ ਆ, ਇਨਪੁੱਟ ਨੇ ਜੋ, ਇਹਨੂੰ ਆਪਾਂ ਡੋਮੇਨ ਕਹਿ ਦਿੰਦੇ ਆ ਆਪਣੀ ਲੈਂਗੁਏਜ ਦੇ ਵਿੱਚ, ਤੇ ਜੋ ਆਊਟਪੁੱਟ ਨਿਕਲਿਆ ਇਹਨੂੰ ਆਪਾਂ ਰੇਂਜ ਕਹਿ ਦਿੰਦੇ ਆ। ਠੀਕ ਹੈ ਨਾ। ਤਾਂ ਇਹ ਸਿੰਪਲ ਲਾਈਫ ਦੇ ਵਿੱਚ ਆਪਾਂ ਸਮਝ ਸਕਦੇ ਹਾਂ, ਇਸ ਤਰ੍ਹਾਂ ਫੰਕਸ਼ਨ ਹੁੰਦੇ ਨੇ। ਹੁਣ ਆਪਾਂ ਮੈਥਮੈਟੀਕਲ ਡੈਫੀਨੇਸ਼ਨ ਨਾਲ ਇਹਨੂੰ ਸਮਝਦੇ ਹਾਂ। ਦੇਖੋ, ਮੈਥ ਦੇ ਵਿੱਚ ਫੰਕਸ਼ਨ ਕਿਵੇਂ ਦੇ ਹੁੰਦੇ ਆ। ਕੋਈ ਫੰਕਸ਼ਨ ਹੋ ਸਕਦਾ f(x) = x², ਕੋਈ ਫੰਕਸ਼ਨ ਹੋ ਸਕਦਾ f(x) = 1y(x), ਕੋਈ ਵੀ ਫੰਕਸ਼ਨ ਹੋ ਸਕਦਾ। ਤਾਂ ਇਹਦੇ ਵਿੱਚ ਵੀ ਦੇਖੋ, ਜਦੋਂ ਆਪਾਂ ਜਿਵੇਂ ਕੋਈ ਇਨਪੁੱਟ ਪੁੱਟ ਕਰੀਏ, ਜਿਵੇਂ 1 ਪੁੱਟ ਕੀਤਾ ਤਾਂ ਇੱਥੇ 1 ਪੁੱਟ ਕਰਾਂਗੇ, 1 ਦਾ ਸਕੁਆਇਰ 1। ਜੇ 2 ਪੁੱਟ ਕਰੀਏ ਤਾਂ 2 ਦਾ ਸਕੁਆਇਰ 4, 3 ਪੁੱਟ ਕਰੀਏ ਤਾਂ 3 ਦਾ ਸਕੁਆਇਰ 9। ਤਾਂ ਤੁਸੀਂ ਦੇਖ ਰਹੇ ਹੋ, ਜੇ ਆਪਾਂ ਇਹਨੂੰ ਐਰੋ ਡਾਇਗਰਾਮ ਦੇ ਵਿੱਚ ਸ਼ੋਅ ਕਰੀਏ ਤਾਂ ਆਪਾਂ ਇਧਰਲੀ ਸਾਈਡ 1 2 3 ਪੁੱਟ ਕਰ ਰਹੇ ਹਾਂ, ਉਧਰ ਆਨਸਰ 1 4 9 ਆ ਰਹੇ ਨੇ। 1 ਪੁੱਟ ਕਰਕੇ 1 ਆਇਆ, 2 ਪੁੱਟ ਕਰਕੇ 4 ਆਨਸਰ ਆਇਆ, 3 ਪੁੱਟ ਕਰਕੇ 9 ਆਨਸਰ ਆਇਆ। ਤਾਂ ਜੋ ਆਪਾਂ ਵੈਲਿਊਜ਼ ਪੁੱਟ ਕਰਦੇ ਹਾਂ ਉਹਨਾਂ ਨੂੰ ਹਮੇਸ਼ਾ ਡੋਮੇਨ ਕਹਿੰਦੇ ਆ, ਤੇ ਜਿਹੜੇ ਆਨਸਰ ਆਉਂਦੇ ਨੇ ਉਹਨਾਂ ਨੂੰ ਆਪਾਂ ਰੇਂਜ ਕਹਿੰਦੇ ਆ। ਤਾਂ ਇਸ ਤਰ੍ਹਾਂ ਦੇ ਫੰਕਸ਼ਨ ਹੋ ਸਕਦੇ ਨੇ। ਐਵੇਂ ਤੁਸੀਂ ਇਹਦੇ ਵਿੱਚ ਵੀ 1 2 3 ਪੁੱਟ ਕਰਕੇ ਆਨਸਰ ਕੱਢ ਕੇ ਦੇਖ ਸਕਦੇ ਹੋ। ਤਾਂ ਕੁਝ ਇਨਪੁੱਟ ਹੋਣਗੇ, ਜਿਵੇਂ ਇਹਦੇ ਵਿੱਚ ਐਗਜ਼ਾਮਪਲ 'ਚ ਆਪਾਂ ਸਮਝਿਆ ਸੀ, ਤੇ ਉਹਨੂੰ ਆਊਟਪੁੱਟ ਕਰਕੇ ਬਾਹਰ ਦੇ ਦੂਗਾ। ਜੋ ਇਹ ਕੰਮ ਕਰੂਗਾ ਉਹ ਕੀ ਹੁੰਦਾ, ਆਪਣਾ ਫੰਕਸ਼ਨ। ਇਹ ਮੈਂ ਬਿਲਕੁਲ ਬੇਸਿਕ ਜੀ ਇੱਕ ਜਨਰਲ ਜੀ ਗੱਲ ਦੱਸੀ ਹੈ। ਜੋ ਪ੍ਰੋਪਰ ਮੈਥਮੈਟੀਕਲ ਡੈਫੀਨੇਸ਼ਨ ਹੈ ਉਹਦੀ ਆਪਾਂ ਗੱਲ ਹੁਣ ਕਰਨ ਲੱਗੇ ਹਾਂ। ਉਹ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਐਰੋ ਡਾਇਗਰਾਮ ਹੁੰਦੀ ਹੈ ਇਹ, ਜਿਹਦੇ ਵਿੱਚ ਇਧਰਲੀ ਸਾਈਡ ਆਪਾਂ ਇਨਪੁੱਟ ਲਿਖਣੇ ਹੁੰਦੇ ਨੇ, ਇਧਰਲੀ ਸਾਈਡ ਆਪਾਂ ਨੇ ਆਊਟਪੁੱਟ ਆਏ ਨੇ ਜੋ ਉਹ ਲਿਖਣੇ ਹੁੰਦੇ ਆ, ਮਤਲਬ ਆਨਸਰਸ ਲਿਖਣੇ ਹੁੰਦੇ ਆ। ਤਾਂ ਬਾਕੀ ਆਪਾਂ ਡਿਟੇਲ 'ਚ ਹੁਣ ਇਹਦੀ ਫੰਕਸ਼ਨ ਦੀ ਡੈਫੀਨੇਸ਼ਨ ਮੈਥਮੈਟੀਕਲ ਕੀ ਆ ਉਹ ਕਰਦੇ ਹਾਂ ਤੇ ਚੰਗੀ ਤਰ੍ਹਾਂ ਇਹਨੂੰ ਸਮਝਦੇ ਹਾਂ। ਹੁਣ ਦੇਖੋ ਫੰਕਸ਼ਨ ਕੀ ਹੁੰਦਾ। ਫੰਕਸ਼ਨ ਹਮੇਸ਼ਾ ਕਿਸੇ ਵੀ ਦੋ ਸੈਟਸ ਦੇ ਉੱਪਰ ਡਿਫਾਈਨਡ ਹੁੰਦਾ। ਜਿਵੇਂ ਆਪਾਂ ਐਗਜ਼ਾਮਪਲ ਇੱਕ ਵਾਰ ਲੈ ਕੇ ਸਮਝਾਉਂਦੇ ਹਾਂ। ਮੰਨ ਲਓ ਇਹ ਲਿਖਣ ਦਾ ਤਰੀਕਾ ਹੁੰਦਾ, ਫੰਕਸ਼ਨ ਹੈ ਜਿਹੜਾ ਆਪਣਾ ਉਹ ਨੈਚੁਰਲ ਸੈੱਟ ਤੋਂ ਨੈਚੁਰਲ ਤੱਕ ਜਾ ਰਿਹਾ ਹੈ। ਮਤਲਬ ਜੋ ਡੋਮੇਨ ਹੈ ਉਹ ਵੀ ਨੈਚੁਰਲ ਨੰਬਰਸ ਦੇ ਵਿੱਚੋਂ ਲੈਣੀ ਆ, ਤੇ ਜਿਹੜੀ ਰੇਂਜ ਆਉਣੀ ਚਾਹੀਦੀ ਉਹ ਵੀ ਨੈਚੁਰਲ ਨੰਬਰ ਦੇ ਵਿੱਚੋਂ ਲੈਣੀ ਆ। ਤੇ ਆਪਾਂ ਆਪੇ ਇੱਕ ਵਾਰ ਫੰਕਸ਼ਨ ਡਿਫਾਈਨਡ ਕਰ ਲੈਂਦੇ ਹਾਂ। ਇਹਦੀ ਡੈਫੀਨੇਸ਼ਨ ਸਮਝਣ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਪਊਗਾ ਬੇਸਿਕ ਚੀਜ਼ ਇਹਦੀ ਕੀ ਹੈ। ਤਾਂ ਦੇਖੋ, ਆਪਾਂ ਉਹੀ ਪਹਿਲਾਂ ਵਾਲੀ ਐਗਜ਼ਾਮਪਲ ਲੈ ਲੈਂਦੇ ਹਾਂ x²। ਤਾਂ ਉਹਦੇ ਵਿੱਚ ਆਪਾਂ ਨੇ ਹੁਣੇ ਪੁੱਟ ਕੀਤੀ ਸੀਗੀ, ਉਹੀ ਆਪਾਂ ਦੁਬਾਰਾ ਐਰੋ ਡਾਇਗਰਾਮ ਬਣਾ ਲੈਂਦੇ ਹਾਂ। ਤਾਂ ਦੇਖੋ, ਜਦੋਂ ਇੱਧਰ ਨੈਚੁਰਲ ਨੰਬਰ ਨੇ ਸਾਰੇ ਨੇ 1 2 3 4 5 6 ਸਾਰੇ ਚੱਲੀ ਜਾਣਗੇ। ਇੱਧਰ ਵੀ ਸਾਰੇ ਨੈਚੁਰਲ ਨੰਬਰ ਲਿਖਣੇ ਆ 1 2 3 4 5 6, ਹੈ ਨਾ। ਤਾਂ ਤੁਸੀਂ ਦੇਖੋ, ਜਦੋਂ 1 ਪੁੱਟ ਕੀਤਾ 1 ਆ ਗਿਆ, 2 ਪੁੱਟ ਕੀਤਾ 4 ਆ ਗਿਆ, 3 ਪੁੱਟ ਕਰਾਂਗੇ 3 ਦਾ ਸਕੁਆਇਰ ਕਿਤੇ ਇਹਦੇ ਵਿੱਚ ਪਿਆ ਹੋਊਗਾ 9 ਆ ਜਾਊਗਾ। ਤਾਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਇਹ ਸਾਰਾ ਕੀ ਹੁੰਦਾ, ਜਿਹੜਾ ਸਾਰਾ ਸੈੱਟ ਹੁੰਦਾ ਇਹ ਕੀ ਹੁੰਦਾ, ਡੋਮੇਨ ਸੈੱਟ। ਤੇ ਜੋ ਆਨਸਰਸ ਆ ਰਹੇ ਨੇ, ਆਨਸਰ ਕਿਹੜੇ ਆ ਰਹੇ ਨੇ, ਸਿਰਫ 1 4 ਤੇ 9 ਐਵੇਂ ਦੇ ਅੱਗੇ ਵੀ ਆਉਣਗੇ। ਤਾਂ 1 4 9 ਇਹ ਜਿਹੜਾ ਸੈੱਟ ਹੁੰਦਾ
ਇਹ ਕੀ ਹੁੰਦਾ ਰੇਂਜ ਸੈੱਟ। ਪਰ ਦੇਖੋ ਇਹਦੇ ਵਿੱਚ ਇਹ ਵੀ ਤਾਂ ਪਏ ਨੇ 2 3 5 6 ਇਹ ਵੀ ਤਾਂ ਪਏ ਨੇ, ਤੇ ਜਿਹਨੇ ਉੱਪਰ ਕੋਈ ਵੀ ਐਰੋ ਨਹੀਂ ਆ ਰਿਹਾ, ਤਾਂ ਜੋ ਸਾਰਾ ਸੈੱਟ ਆ ਇਹ ਸਾਰਾ, ਇਹਨੂੰ ਆਪਾਂ ਕਹਿੰਦੇ ਆ ਕੋਡੋਮੇਨ ਸੈੱਟ। ਠੀਕ ਹੈ, ਮੈਂ ਚੰਗੀ ਤਰ੍ਹਾਂ ਗੱਲ ਦੁਬਾਰਾ ਦੱਸਦਾ। ਜੋ ਇਧਰਲੇ ਸਾਰੇ ਐਲੀਮੈਂਟ ਹੁੰਦੇ ਨੇ ਉਹਨਾਂ ਨੂੰ ਡੋਮੇਨ ਕਹਿੰਦੇ ਹੁੰਦੇ ਆ, ਜਿਹੜਾ ਇਧਰਲਾ ਸਾਰਾ ਸੈੱਟ ਹੈ ਉਹਨੂੰ ਆਪਾਂ ਕੋਡੋਮੇਨ ਕਹਿੰਦੇ ਆ, ਤੇ ਜਿਹੜੇ ਇੱਧਰ ਆਨਸਰਸ ਆਏ ਨੇ ਸਿਰਫ ਉਹਨਾਂ ਨੂੰ ਆਪਾਂ ਰੇਂਜ ਕਹਿੰਦੇ ਆ। ਠੀਕ ਹੈ, ਤੇ ਇਹਨੂੰ ਇੱਕ ਇਹ ਵੀ ਆਪਾਂ ਲੈਂਗੁਏਜ ਯੂਜ਼ ਕਰਦੇ ਆ। 1 ਦੀ ਇਮੇਜ 1 ਹੈ, 2 ਦੀ ਇਮੇਜ 4 ਹੈ, ਤੇ 3 ਦੀ ਇਮੇਜ 9 ਹੈ। ਐਵੇਂ ਆਪਾਂ ਮੈਥਮੈਟੀਕਲ ਲੈਂਗੁਏਜ ਦੇ ਵਿੱਚ ਯੂਜ਼ ਕਰਦੇ ਆ। 3 ਦੀ ਇਮੇਜ ਬੋਲਦੇ ਆ ਇਹਨੂੰ, ਤੇ ਉਲਟਾ 9 ਦੀ ਪ੍ਰੀ ਇਮੇਜ 3 ਹੈ, 4 ਦੀ ਪ੍ਰੀ ਇਮੇਜ 2 ਹੈ, 1 ਦੀ ਪ੍ਰੀ ਇਮੇਜ 1 ਹੈ। ਤਾਂ ਇਹ ਇਮੇजेस ਹੁੰਦੀਆਂ ਨੇ, ਇਹਨਾਂ ਦੀਆਂ ਉਲਟਾ ਪ੍ਰੀ ਇਮੇजेस ਹੁੰਦੀਆਂ ਨੇ। ਤਾਂ ਜਾਂ ਆਪਾਂ ਇਹ ਕਹਿ ਸਕਦੇ ਹਾਂ ਫੰਕਸ਼ਨ ਦੇ ਵਿੱਚ ਕੀ ਹੁੰਦਾ, ਹਰੇਕ ਨੰਬਰ ਦੀ ਕੋਈ ਨਾ ਕੋਈ ਇੱਧਰਲੇ ਪਾਸੇ ਇਮੇਜ ਪਈ ਹੁੰਦੀ ਹੈ। ਤਾਂ ਆਪਾਂ ਹੁਣ ਤੱਕ ਇਹ ਸਮਝਿਆ ਕਿ ਜੋ ਇੱਧਰਲੀ ਸਾਈਡ ਸੈੱਟ ਹੁੰਦਾ ਇਹ ਸਾਰਾ ਡੋਮੇਨ ਸੈੱਟ ਹੁੰਦਾ, ਮਤਲਬ ਇਨਪੁੱਟ ਦਾ ਜਿਹੜਾ ਸੈੱਟ ਹੁੰਦਾ ਡੋਮੇਨ ਹੁੰਦਾ, ਤੇ ਜੋ ਸਾਰਾ ਜਿਹਦੇ ਵਿੱਚੋਂ ਆਊਟਪੁੱਟ ਆਉਣੀ ਹੈ ਜਿਹਦੇ ਵਿੱਚੋਂ ਸਾਰੇ ਦੇ ਵਿੱਚੋਂ, ਉਹਨੂੰ ਆਪਾਂ ਕੋਡੋਮੇਨ ਸੈੱਟ ਕਹਿੰਦੇ ਆ। ਤੇ ਜੋ ਆਨਸਰ ਆ ਰਹੇ ਨੇ ਸਿਰਫ ਉਹਨਾਂ ਨੂੰ ਆਪਾਂ ਰੇਂਜ ਕਹਿੰਦੇ ਆ। ਜਾਂ ਇਹ ਕਹਿ ਸਕਦੇ ਹਾਂ ਵੀ ਰੇਂਜ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਸਬਸੈਟ ਵੀ ਹੋ ਸਕਦੀ ਹੈ, ਇਕੁਅਲ ਵੀ ਆ ਸਕਦੀ ਆ ਕੋਡੋਮੇਨ ਦੇ। ਤੁਸੀਂ ਦੇਖ ਸਕਦੇ ਹੋ ਵੀ ਸਾਰਾ ਸੈੱਟ ਕੋਡੋਮੇਨ ਦਾ, ਉਹਦੇ ਵਿੱਚੋਂ ਕੁਝ ਕੁ ਚੀਜ਼ਾਂ ਰੇਂਜ ਦੀਆਂ ਆ ਰਹੀਆਂ ਨੇ। ਤਾਂ ਹੁਣ ਆਪਾਂ ਮੈਥਮੈਟੀਕਲ ਇਹਦੀ ਜਿਹੜੀ ਡੈਫੀਨੇਸ਼ਨ ਹੈ ਉਹ ਕਰਨ ਲੱਗੇ ਆ। ਦੇਖੋ ਕੋਈ ਵੀ ਫੰਕਸ਼ਨ ਹੋਵੇ, ਹੁਣ ਆਪਾਂ ਉਹ ਉੱਪਰਲਾ ਫੰਕਸ਼ਨ ਨਹੀਂ ਲੈਟ ਕਰ ਰਹੇ, ਕੋਈ ਵੀ ਫੰਕਸ਼ਨ ਲੈਟ ਕਰ ਰਹੇ ਹਾਂ। ਮੰਨ ਲਓ ਇਧਰਲੀ ਸਾਈਡ ABCD ਪਿਆ, ਇੱਧਰ ਕੁਛ ਹੋਰ ਪਿਆ EFGH। ਤਾਂ ਫੰਕਸ਼ਨ ਕਿਹੜਾ ਹੁੰਦਾ, ਪਹਿਲੀ ਗੱਲ ਫੰਕਸ਼ਨ ਦੇ ਦੋ ਰੂਲ ਨੇ। ਫੰਕਸ਼ਨ ਕਦੋਂ ਹੁੰਦਾ ਹੈ, ਪਹਿਲੀ ਗੱਲ ਤਾਂ ਉਹਦੇ ਹਰੇਕ ਡੋਮੇਨ ਸੈੱਟ ਦੇ ਵਿੱਚ ਜੋ ਐਲੀਮੈਂਟਸ ਨੇ ਇਹਨਾਂ ਦੀ ਹਰੇਕ ਦੀ ਇਮੇਜ ਉਧਰਲੀ ਸਾਈਡ ਪਈ ਹੋਣੀ ਚਾਹੀਦੀ ਹੈ। ਮੰਨ ਲਓ ਕੋਈ ਇੱਥੇ ਐਲੀਮੈਂਟ ਪਿਆ ਹੋਵੇ E ਪਿਆ, ਇਹਦੀ ਉਧਰ ਕੋਈ ਵੀ ਇਮੇਜ ਨਹੀਂ ਹੈਗੀ। ਜੇ ਐਵੇਂ ਹੋਵੇ ਤਾਂ ਇਹ ਫੰਕਸ਼ਨ ਹੀ ਨਹੀਂ ਹੈਗਾ। ਤਾਂ ਫੰਕਸ਼ਨ ਹੋਣ ਲਈ ਕੀ ਹੋਣਾ ਚਾਹੀਦਾ, ਹਰੇਕ ਐਲੀਮੈਂਟ ਦੀ ਦੂਸਰੀ ਸਾਈਡ ਇਮੇਜ ਹੋਣੀ ਚਾਹੀਦੀ ਹੈ, ਇੱਕ ਗੱਲ। ਦੂਜਾ ਇਹ ਹੈ ਕਿ ਕੋਈ ਵੀ ਫੰਕਸ਼ਨ ਉਦੋਂ ਫੰਕਸ਼ਨ ਹੁੰਦਾ ਜਦੋਂ ਹਰੇਕ ਐਲੀਮੈਂਟ ਦੀ ਉਧਰਲੇ ਪਾਸੇ ਇੱਕ ਇਮੇਜ ਹੀ ਹੁੰਦੀ ਹੈ, ਇੱਕ ਇਮੇਜ ਹੀ ਹੋਊਗੀ। ਜਿਵੇਂ ਇੱਕ ਦੀ ਇੱਕ, ਇੱਕ ਦੀ ਇੱਕ, ਇੱਕ ਦੀ ਇੱਕ, ਐ ਨਹੀਂ ਹੋ ਸਕਦਾ ਵੀ ਇੱਕ ਇਨਪੁੱਟ ਦੀਆਂ ਦੋ ਇਮੇजेस ਪਈਆਂ ਨੇ। ਜੇ ਐਵੇਂ ਦਾ ਕੇਸ ਆ ਜੇ ਤਾਂ ਇਹ ਫੰਕਸ਼ਨ ਹੀ ਨਹੀਂ ਹੈਗਾ। ਤਾਂ ਹੁਣ ਆਪਾਂ ਫੰਕਸ਼ਨ ਦੀ ਡੈਫੀਨੇਸ਼ਨ ਪੜ੍ਹਨ ਲੱਗੇ ਹਾਂ। ਉਦੋਂ ਪਹਿਲਾਂ ਇਹ ਦੋਨੇ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ ਵੀ ਪਹਿਲੀ ਗੱਲ ਤਾਂ ਫੰਕਸ਼ਨ ਉਹ ਹੁੰਦਾ ਜਿਹਦੀ ਡੋਮੇਨ ਦੇ ਹਰੇਕ ਐਲੀਮੈਂਟ ਦੀ ਇਮੇਜ ਪਈ ਹੋਣੀ ਚਾਹੀਦੀ ਹੈ। ਕੋਈ ਲੈਫਟ ਸਾਈਡ ਤੇ ਖਾਲੀ ਨਹੀਂ ਬਚਣਾ ਚਾਹੀਦਾ, ਰਾਈਟ ਤੇ ਬੇਸ਼ੱਕ ਬਚਿਆ ਪਿਆ ਹੋਵੇ, ਲੈਫਟ ਸਾਈਡ ਤੇ ਕੋਈ ਵੀ ਐਲੀਮੈਂਟ ਖਾਲੀ ਨਹੀਂ ਬਚਿਆ ਹੋਣਾ ਚਾਹੀਦਾ। ਇੱਧਰ ਸਾਰਿਆਂ ਦੀ ਇਮੇਜ ਕੋਈ ਨਾ ਕੋਈ ਉਧਰ ਹੋਣੀ ਚਾਹੀਦੀ ਹੈ। ਪਹਿਲੀ ਗੱਲ, ਡੋਮੇਨ ਦੇ ਵਿੱਚ ਕੋਈ ਵੀ ਖਾਲੀ ਨਹੀਂ ਐਲੀਮੈਂਟ ਹੋਣਾ ਚਾਹੀਦਾ। ਦੂਜੀ ਗੱਲ, ਇੱਕ ਤੋਂ ਦੋ ਐਰੋ ਨਹੀਂ ਜਾਣੇ ਚਾਹੀਦੇ, ਮਤਲਬ ਇੱਕ ਐਲੀਮੈਂਟ ਲਈ ਇੱਕ ਤੋਂ ਵੱਧ ਇਮੇਜ ਨਹੀਂ ਹੋਣੀ ਚਾਹੀਦੀ। ਦੋ ਐਲੀਮੈਂਟਸ ਲਈ ਇੱਕ ਇਮੇਜ ਹੋ ਸਕਦੀ ਹੈ, ਪਰ ਇੱਕ ਐਲੀਮੈਂਟ ਦੀਆਂ ਅੱਗੇ ਦੋ ਇਮੇजेस ਨਹੀਂ ਹੋਣੀਆਂ ਚਾਹੀਦੀਆਂ। ਤਾਂ ਇਹ ਜੋ ਡੈਫੀਨੇਸ਼ਨ ਆਪਣੀ ਨਿਕਲ ਕੇ ਮੈਥਮੈਟੀਕਲ ਬਾਹਰ ਆਊ ਉਹ ਇਸ ਰੂਲ ਤੋਂ ਆਊਗੀ। ਇਹ ਦੋਨੇ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ। ਜੇ ਕੋਈ ਵੀ ਜੇ ਫੰਕਸ਼ਨ ਹੈ ਮਤਲਬ ਇਹਨਾਂ ਨੂੰ ਫੋਲੋ ਨਹੀਂ ਕਰਦਾ ਤਾਂ ਉਹ ਫੰਕਸ਼ਨ ਹੀ ਨਹੀਂ ਹੁੰਦਾ। ਤਾਂ ਹੁਣ ਆਪਾਂ ਮੈਥਮੈਟੀਕਲ ਡੈਫੀਨੇਸ਼ਨ ਇਹਦੀ ਪੜ੍ਹਦੇ ਹਾਂ। ਫੰਕਸ਼ਨ ਦੀ ਡੈਫੀਨੇਸ਼ਨ ਇਹ ਰਹੀ, ਲੈਟ A ਐਂਡ B ਟੂ ਨॉन ਐਮਪਟੀ ਸੈਟਸ। ਮੰਨ ਲਓ A ਤੇ B ਦੋ ਨॉन ਐਮਪਟੀ ਮਤਲਬ ਖਾਲੀ ਨਹੀਂ ਹੈਗੇ, ਕੋਈ ਨਾ ਕੋਈ ਐਲੀਮੈਂਟ ਜ਼ਰੂਰ ਹੈ। A ਤੇ B ਦੋ ਸੈੱਟ ਨੇ, ਉਹਨਾਂ ਦੇ ਵਿੱਚ ਜਿਹੜਾ ਰਿਲੇਸ਼ਨ ਹੁੰਦਾ, ਰਿਲੇਸ਼ਨ ਫਰੋਮ A ਟੂ B ਇਜ਼ ਕਾਲਡ ਅ ਫੰਕਸ਼ਨ। ਜਿਹੜਾ ਰਿਲੇਸ਼ਨ ਹੁੰਦਾ ਨਾ, ਆਪਾਂ ਪਿਛਲੀ ਪੜ੍ਹਿਆ ਸੀ ਵੀਡੀਓ ਦੇ ਵਿੱਚ, ਉਹ ਰਿਲੇਸ਼ਨ ਦੇ ਵਿੱਚੋਂ ਹੀ ਸਿਰਫ ਉਹਨਾਂ ਨੂੰ ਆਪਾਂ ਫੰਕਸ਼ਨ ਕਹਿ ਸਕਦੇ ਹਾਂ ਜੇ ਆਹ ਦੋ ਕੰਡੀਸ਼ਨ, ਦੋ ਕੇਸ ਫੁੱਲਫਿਲ ਕਰਨਗੇ। ਜਿਹੜੀ ਗੱਲ ਮੈਂ ਪਹਿਲਾਂ ਤੁਹਾਨੂੰ ਦੱਸੀ ਹੈ ਉਹੀ ਮੈਂ ਦੁਬਾਰਾ ਦੱਸ ਰਿਹਾ। ਸਿਰਫ ਉਹਨਾਂ ਨੂੰ ਫੰਕਸ਼ਨ ਕਹਿ ਸਕਦੇ ਹਾਂ। ਪਹਿਲੀ ਗੱਲ ਤਾਂ ਫੋਰ ਈਚ A ਬਿਲੋਂਗ ਟੂ A, ਇਹਦਾ ਕੀ ਮਤਲਬ ਹੈ ਕਿ ਕੋਈ ਵੀ ਐਲੀਮੈਂਟ ਇੱਧਰੋਂ ਲਈਏ
देयर एग्जिस्ट एन इमेज इन बी। इधरों कोई भी एलीमेंट लईए उधर इमेज जरूर होनी चाहिए है, कोई इधर एवें दा एलीमेंट नहीं होना चाहिए जिहदी उधर इमेज ही नहीं हैगी। तो पहला पॉइंट तुसीं समझ गए होवोगे। दूसरा पॉइंट कहते एन एलीमेंट ऑफ सैट ए शुड हैव यूनीक इमेज इन बी। ਜਿਹੜੇ ਇੱਧਰ ਐਲੀਮੈਂਟ ਨੇ ਉਹਨਾਂ ਦੀ ਉਧਰ A ਦੇ ਵਿੱਚ ਜਿਹੜੇ ਐਲੀਮੈਂਟ ਨੇ ਉਹਨਾਂ ਦੀ ਜਿਹੜੀ ਇਮੇਜ ਹੈ ਉਹ B ਦੇ ਵਿੱਚ ਯੂਨੀਕ ਹੋਣੀ ਚਾਹੀਦੀ ਹੈ। ਮਤਲਬ ਇਹ ਨਹੀਂ ਹੋਣਾ ਚਾਹੀਦਾ ਵੀ A ਦੇ ਇੱਕ ਐਲੀਮੈਂਟ ਦੀ ਐਵੇਂ ਇੱਧਰ ਦੋ ਇਮੇजेस ਪਈਆਂ ਨੇ, ਇਹ ਨਹੀਂ ਹੋਣਾ ਚਾਹੀਦਾ। ਸਿਰਫ ਇੱਕ ਦੀ ਇੱਕ ਇਮੇਜ ਹੀ ਹੋਣੀ ਚਾਹੀਦੀ ਹੈ, ਠੀਕ ਹੈ ਨਾ। ਹਾਂ, ਦੋ ਦੀ ਇੱਕ ਹੋ ਸਕਦੀ ਹੈ, ਉਹ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਇੱਕ ਦੀ ਦੋ ਇਮੇजेस ਨਹੀਂ ਹੋਣੀਆਂ ਚਾਹੀਦੀਆਂ। ਤਾਂ ਇਹ ਇਹਦੀ ਸਾਰੀ ਡੈਫੀਨੇਸ਼ਨ ਹੈ। ਮੈਂ ਤੁਹਾਡੇ ਲਈ ਕੁਝ ਐਗਜ਼ਾਮਪਲਸ ਲਿਖੀਆਂ ਨੇ, ਇਹਨਾਂ 'ਚੋਂ ਆਪਾਂ ਚੈੱਕ ਕਰਨਾ ਕੱਲੀ ਕੱਲੀ ਨੂੰ ਵੀ ਕਿਹੜਾ ਫੰਕਸ਼ਨ ਹੈਗਾ ਕਿਹੜਾ ਨਹੀਂ। ਤਾਂ ਤੁਸੀਂ ਦੇਖੋ ਨਾਲ ਨਾਲ। ਪਹਿਲੀ ਐਗਜ਼ਾਮਪਲ ਦੇਖੋ ਕਿ ਇਹ ਫੰਕਸ਼ਨ ਹੈਗਾ ਕਿ ਇੱਧਰ ਦੋ ਕੇਸ ਉਹੀ ਦੇਖਾਂਗੇ। ਪਹਿਲਾਂ ਦੇਖੋ ਕਿ ਇੱਧਰ ਹਰੇਕ ਐਲੀਮੈਂਟ ਦੀ ਉੱਧਰ ਕੋਈ ਇਮੇਜ ਪਈ ਹੈ, ਨਹੀਂ। ਆ ਇੱਕ ਐਵੇਂ ਦਾ ਐਲੀਮੈਂਟ ਆ ਜਿਹਦੀ ਉੱਧਰ ਕੋਈ ਇਮੇਜ ਨਹੀਂ ਹੈਗੀ, ਤਾਂ ਇਹ ਫੰਕਸ਼ਨ ਹੀ ਨਹੀਂ ਹੈਗਾ। ਅਗਲਾ ਇਹਦੇ ਵਿੱਚ ਦੇਖੋ ਕਿ ਹਰੇਕ ਐਲੀਮੈਂਟ ਦੀ ਉਧਰ ਇਮੇਜ ਪਈ ਹੈ, ਹਾਂ A ਦੀ ਪਈ ਹੈ, B ਦੀ ਪਈ ਹੈ, C ਦੀ ਪਈ ਹੈ, ਠੀਕ ਹੈ। ਦੂਜੀ ਗੱਲ ਕਿ ਇੱਧਰ ਇੱਕ ਐਲੀਮੈਂਟ ਦੀਆਂ ਦੋ ਇਮੇजेस ਤਾਂ ਨਹੀਂ ਪਈਆਂ, ਨਹੀਂ। ਦੋਨੇ ਕੇਸ ਇਹ ਫੁੱਲਫਿਲ ਕਰ ਰਿਹਾ। ਇੱਧਰ ਇੱਕ ਐਲੀਮੈਂਟ ਐਮਪਟੀ ਪਿਆ ਜਿਹਦੀ ਕੋਈ ਵੀ ਪ੍ਰੀ ਇਮੇਜ ਨਹੀਂ ਹੈਗੀ, ਪਰ ਇਹਦੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ। ਆਪਾਂ ਸਿਰਫ ਇੱਧਰਲੀ ਸਾਈਡ ਦੇਖਣੀ ਤੇ ਇੱਧਰ ਕੋਈ ਖਾਲੀ ਨਹੀਂ ਹੋਣਾ ਚਾਹੀਦਾ, ਤਾਂ ਇਹ ਫੰਕਸ਼ਨ ਆਪਣਾ ਹੈਗਾ। ਹੁਣ ਆਪਾਂ ਥਰਡ ਕੇਸ ਕਰਦੇ ਹਾਂ। ਇਹ ਤੁਸੀਂ ਚੈੱਕ ਕਰੋ, ਦੇਖੋ ਪਹਿਲਾਂ ਆਪੇ ਸੋਚੋ। ਹਰੇਕ ਐਲੀਮੈਂਟ ਦੀ ਇੱਕ ਇਮੇਜ ਹੈਗੀ ਹੈ, ਹਾਂ। A ਦੀ ਵੀ ਇੱਕ ਅਲੱਗ ਇਮੇਜ ਹੈ, B ਦੀ ਦੋ ਦੀ ਇੱਕ ਇਮੇਜ ਹੋ ਸਕਦੀ ਹੈ, ਇੱਕ ਦੀਆਂ ਦੋ ਨਹੀਂ ਹੋਣੀਆਂ ਚਾਹੀਦੀਆਂ। ਮਤਲਬ ਜਿਵੇਂ ਮੈਂ ਕਿਹਾ ਸੀ ਨਾ ਵੀ ਪਹਿਲਾਂ ਤਾਂ ਦੇਖੋ, ਪਹਿਲਾ ਕੇਸ ਤਾਂ ਉਹੀ ਹੈ ਵੀ ਇੱਧਰ ਕੋਈ ਵੀ ਖਾਲੀ ਤਾਂ ਨਹੀਂ ਪਿਆ, ਨਹੀਂ ਖਾਲੀ ਪਿਆ। ਦੂਜਾ ਇੱਕ ਦੀ ਹਰੇਕ ਦੀ ਯੂਨੀਕ ਇੱਕ ਮਤਲਬ ਅਲੱਗ ਇਮੇਜ ਹੋਣੀ ਚਾਹੀਦੀ ਹੈ, ਇੱਕ ਦੀਆਂ ਦੋ ਇਮੇजेस ਨਹੀਂ ਹੋਣੀਆਂ ਚਾਹੀਦੀਆਂ, ਠੀਕ ਆ। ਦੋ ਕੋਈ ਐ ਨਾ ਸੋਚੇ ਵੀ ਦੋ ਤੋਂ ਐਰੋ ਇੱਕ ਤੇ ਜਾ ਰਿਹਾ, ਦੋ ਵੈਲਿਊਜ਼ ਦੀ ਇੱਕ ਇਮੇਜ ਹੋ ਸਕਦੀ ਹੈ, ਇੱਕ ਦੀਆਂ ਦੋ ਨਹੀਂ ਹੋਣੀਆਂ ਚਾਹੀਦੀਆਂ, ਠੀਕ ਆ ਨਾ। ਤਾਂ ਇਹ ਫੰਕਸ਼ਨ ਹੈਗਾ, ਕਿਉਂਕਿ ਪਹਿਲੀ ਗੱਲ ਇੱਧਰਲੇ ਪਾਸੇ ਹਰੇਕ ਐਲੀਮੈਂਟ ਦੀ ਇਮੇਜ ਹੈ ਤੇ ਦੂਜੇ ਪਾਸੇ ਹਰੇਕ ਦੀ ਇੱਕ ਅਲੱਗ ਇਮੇਜ ਹੈ। ਮਤਲਬ ਇਹ ਨਹੀਂ ਹੈਗਾ ਵੀ ਇੱਕ ਐਲੀਮੈਂਟ ਦੀਆਂ ਦੋ ਇਮੇजेस ਨਹੀਂ ਹੈਗੀਆਂ, ਠੀਕ ਆ ਨਾ। ਤਾਂ ਇਹ ਫੰਕਸ਼ਨ ਹੈਗਾ। ਤੇ ਇਹਨੂੰ ਦੇਖੀਏ, ਜੇ ਇੱਧਰਲੀ ਸਾਈਡ ਕੋਈ ਖਾਲੀ ਪਿਆ, ਨਹੀਂ ਪਿਆ। ਪਹਿਲਾ ਕੇਸ ਤਾਂ ਇਹ ਫੁੱਲਫਿਲ ਕਰ ਰਿਹਾ। ਦੂਜਾ ਦੇਖੋ ਇੱਧਰੋਂ A ਦੀ ਯੂਨੀਕ ਇਮੇਜ ਨਹੀਂ ਹੈਗੀ ਇੱਧਰ। ਦੂਜਾ ਜਿਹੜਾ ਕੇਸ ਸੀ ਨਾ ਵੀ ਇਹਦੀ ਹਰੇਕ ਐਲੀਮੈਂਟ ਦੀ ਯੂਨੀਕ ਇਮੇਜ ਹੋਣੀ ਚਾਹੀਦੀ ਹੈ, ਤਾਂ ਇਹਦੀ ਯੂਨੀਕ ਇਮੇजेस ਨਹੀਂ ਹੈਗੀਆਂ, ਇਹਦੀਆਂ ਦੋ ਇਮੇजेस ਪਈਆਂ ਨੇ, ਇੱਕ ਇਮੇਜ ਨਹੀਂ ਹੈਗੀ, ਤਾਂ ਕਰਕੇ ਫੰਕਸ਼ਨ ਨਹੀਂ ਹੈਗਾ। ਤਾਂ ਐਵੇਂ ਦਾ ਆਪਾਂ ਨੂੰ 1 ਨੰਬਰ ਦਾ ਕੁਐਸਚਨ ਆ ਜਾਂਦਾ ਹੁੰਦਾ ਕਿ ਦੱਸੋ, ਚੈੱਕ ਕਰੋ ਵੀ ਫੰਕਸ਼ਨ ਹੈਗਾ ਜਾਂ ਨਾ। ਤਾਂ ਆਪਾਂ ਐਵੇਂ ਦੇਖ ਸਕਦੇ ਹਾਂ। ਹੁਣ ਆਪਾਂ ਅੱਗੇ ਵਧਦੇ ਹਾਂ। ਦੇਖੋ ਹੁਣ ਫੰਕਸ਼ਨ ਦੀਆਂ ਆਪਾਂ ਅੱਗੇ ਫੰਕਸ਼ਨ ਦੀ 1-2 ਟਾਈਪਸ ਪੜਾਂਗੇ। ਕਈ ਫੰਕਸ਼ਨ 1-1 ਫੰਕਸ਼ਨ ਹੋ ਸਕਦੇ ਨੇ। 1-1 ਨੂੰ ਹੀ ਇੰਜੈਕਸ਼ਨ ਵੀ ਕਹਿੰਦੇ ਨੇ, ਇੰਜੈਕਟਿਵ ਫੰਕਸ਼ਨ ਵੀ ਕਹਿੰਦੇ ਨੇ। ਤਾਂ ਉਹਦੀ ਕੀ ਡੈਫੀਨੇਸ਼ਨ ਹੈ? ਇਫ ਡਿਫਰੈਂਟ ਐਲੀਮੈਂਟਸ ਆਫ A ਦਾ ਮਤਲਬ ਆਪਾਂ ਡੋਮੇਨ ਲੈ ਰਹੇ ਹਾਂ, B ਦਾ ਮਤਲਬ ਕੋਡੋਮੇਨ ਸੈੱਟ ਲੈ ਰਹੇ ਹਾਂ। ਇਫ ਡਿਫਰੈਂਟ ਐਲੀਮੈਂਟਸ ਆਫ A ਹੈਵ ਡਿਫਰੈਂਟ ਇਮੇजेस ਇਨ B, ਜੇ A ਦੇ ਅਲੱਗ-ਅਲੱਗ ਐਲੀਮੈਂਟਸ ਦੀਆਂ B ਦੇ ਵਿੱਚ ਅਲੱਗ-ਅਲੱਗ ਇਮੇजेस ਹੋਣਗੀਆਂ। ਕਈਆਂ ਨੂੰ ਇਹ ਪਹਿਲਾਂ ਨਾਲ ਕੰਪਲੀਕੇਟਡ ਜਿਹਾ ਲੱਗੂਗਾ ਵੀ ਇਹ ਤਾਂ ਫੰਕਸ਼ਨ ਦੀ ਡੈਫੀਨੇਸ਼ਨ ਦੀ, ਪਰ ਨਹੀਂ, ਇਹ ਤਾਂ ਥੋੜਾ ਜਿਹਾ ਫਰਕ ਹੈ। ਉਹਦੇ ਲਈ ਮੈਂ 2 ਐਗਜ਼ਾਮਪਲਸ ਲੈ ਕੇ ਤੁਹਾਨੂੰ ਸਮਝਾਉਣਾ। ਦੇਖੋ ਮੈਨੇ 2 ਐਗਜ਼ਾਮਪਲਸ ਲੈਤੀਆਂ ਨੇ। ਇਹਨਾਂ ਦੇ ਵਿੱਚ ਇਹ ਫੰਕਸ਼ਨ ਤਾਂ ਦੋਨੇ ਨੇ। ਦੇਖੋ ਪਹਿਲੀ ਗੱਲ ਤਾਂ ਇਹੀ ਚੈੱਕ ਕਰ ਲਓ ਵੀ ਫੰਕਸ਼ਨ ਦੋਨੇ ਹੈਗੇ ਆ। ਤਾਂ ਦੇਖੋ ਇਧਰਲੀ ਸਾਈਡ ਕੀ ਕੋਈ ਖਾਲੀ ਪਿਆ, ਨਹੀਂ ਪਿਆ। ਕਿ 1 ਤੋਂ 2 ਤੇ ਐਰੋ ਜਾ ਰਿਹਾ, 2 ਤੇ 1 ਤੇ ਜਾਵੇ ਕੋਈ ਪ੍ਰੋਬਲਮ ਨਹੀਂ, 1 ਤੋਂ 2 ਤੇ ਨਹੀਂ ਜਾਣਾ ਚਾਹੀਦਾ। ਤਾਂ ਹਾਂ, ਇਹ ਦੋਨੇ ਫੰਕਸ਼ਨ ਤਾਂ ਹੈਗੇ ਆ। ਹੁਣ 1-1 ਦੀ ਆਪਾਂ ਗੱਲ ਕਰਦੇ ਹਾਂ। ਦੇਖੋ ਇਹ ਜਿਹੜਾ ਫੰਕਸ਼ਨ ਹੈ ਸੈਕਿੰਡ, ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਹਰੇਕ ਦੀ ਇੱਕ ਅਲੱਗ ਇਮੇਜ ਪਈ ਹੈ। ਮਤਲਬ 1-1 ਦਾ ਮਤਲਬ ਇਹ ਹੈ ਵੀ 1 ਐਲੀਮੈਂਟ ਤੋਂ 1 ਐਲੀਮੈਂਟ ਤੇ ਐਰੋ ਜਾ ਰਿਹਾ, 1 ਐਲੀਮੈਂਟ ਤੋਂ 1 ਐਲੀਮੈਂਟ ਤੇ ਐਰੋ ਜਾ ਰਿਹਾ। ਤਾਂ ਇਹ 1-1 ਹੈਗਾ। ਪਰ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਆਹ 2 ਐਲੀਮੈਂਟ ਐਵੇਂ ਦੇ ਆ ਜਿਹੜੇ ਦੋਨਾਂ ਐਲੀਮੈਂਟਸ ਤੋਂ ਇੱਕ ਤੇ ਹੀ ਐਰੋ ਜਾ ਰਿਹਾ ਹੈ। ਤਾਂ ਇਹ 1-1 ਨਹੀਂ ਹੈਗਾ। ਤਾਂ ਇਹ ਜਿਹੜਾ ਫੰਕਸ਼ਨ ਹੈ ਇਹ 1-1 ਨਹੀਂ ਹੈਗਾ। ਜਿਹੜਾ 1-1 ਨਾ ਹੋਵੇ ਉਹਨੂੰ ਆਪਾਂ ਮੈਨੀ 1 ਫੰਕਸ਼ਨ ਕਹਿ ਦਿੰਦੇ ਹੁੰਦੇ ਆ, ਠੀਕ ਆ ਨਾ। ਜਿਹੜਾ ਫੰਕਸ਼ਨ 1-1 ਨਾ ਹੋਵੇ ਉਹਨੂੰ ਆਪਾਂ ਮੈਨੀ 1 ਫੰਕਸ਼ਨ ਕਹਿ ਦਿੰਦੇ ਆ। ਤਾਂ ਤੁਸੀਂ ਇਹ ਯਾਦ ਰੱਖਣਾ। ਪਹਿਲੀ ਗੱਲ ਫੰਕਸ਼ਨ ਹੋਣਾ ਚਾਹੀਦਾ, ਉਸ ਤੋਂ ਬਾਅਦ ਹੀ ਆਪਾਂ 1-1 ਚੈੱਕ ਕਰਦੇ ਹਾਂ। ਤਾਂ ਇਹ ਫੰਕਸ਼ਨ 1-1 ਹੈਗਾ ਸੀ,
ਤੇ ਇਹ ਸੀ ਜਿਹੜਾ ਇਹ 1 1 ਨਹੀਂ ਹੈਗਾ ਸੀ ਕਿਉਂਕਿ ਦੋ ਐਲੀਮੈਂਟਸ ਦੀ ਵਿੱਚ ਇੱਕ ਇਮੇਜ ਪਈ ਹੈ ਤਾਂ ਇਹ 1 1 ਨਹੀਂ ਹੈਗਾ। ਅਗਲੀ ਜਿਹੜੀ ਚੀਜ਼ ਹੈ ਉਹ ਹੈ ਔਨ ਟੂ ਫੰਕਸ਼ਨ। ਇਸ ਨੂੰ ਆਪਾਂ ਸਰਜੈਕਸ਼ਨ ਜਾਂ ਸਰਜੈਕਟਿਵ ਫੰਕਸ਼ਨ ਵੀ ਕਹਿ ਦਿੰਦੇ ਆ। ਤਾਂ ਅ ਫੰਕਸ਼ਨ f from a to b is on to or surjective। ਕਿਸੇ ਫੰਕਸ਼ਨ ਨੂੰ ਆਪਾਂ on to ਜਾਂ surjective ਉਦੋਂ ਕਹਿ ਦਿੰਦੇ ਆ if each element of b has pre-image in surjective ਕਦੋਂ ਹੁੰਦਾ if each element of b has a pre-image in a, ਮਤਲਬ ਹਰੇਕ ਐਲੀਮੈਂਟ ਆ ਜਿਹੜਾ b ਦਾ ਉਹਦੀ ਪ੍ਰੀ-ਇਮੇਜ ਹੋਵੇ। ਦੇਖੋ ਆਪਾਂ ਦੇਖਦੇ ਹਾਂ ਇਹਨਾਂ ਦੇ ਵਿੱਚੋਂ ਮੈਂ ਦੋ ਐਗਜ਼ਾਮਪਲਸ ਲਿਖ ਲਈਆਂ ਕਿਹੜਾ ਔਨ ਟੂ ਹੈਗਾ ਕਿਹੜਾ ਨਹੀਂ। ਇਹਦੇ ਵਿੱਚ ਦੇਖੋ ਆ A ਸੈੱਟ ਹੈ B ਸੈੱਟ ਹੈ, ਐਵੇਂ ਇੱਧਰ ਆ A ਆ B ਹੈ। B ਦੇ ਹਰੇਕ ਦੀ ਪ੍ਰੀ ਇਮੇਜ ਹੋਣੀ ਚਾਹੀਦੀ ਹੈ। ਦੇਖੋ ਇਹਦੀ ਵੀ ਪ੍ਰੀ ਇਮੇਜ ਹੈਗੀ ਹੈ, ਇਹਦੀ ਵੀ ਹੈਗੀ ਹੈ, ਇਹਦੀ ਵੀ ਹੈਗੀ ਹੈ, ਪਰ ਇੱਕ ਐਵੇਂ ਦਾ ਐਲੀਮੈਂਟ ਪਿਆ ਜਿਹਦੀ ਕੋਈ ਵੀ ਇੱਧਰ ਪ੍ਰੀ ਇਮੇਜ ਨਹੀਂ ਹੈਗੀ, ਜਾਂ ਐਂ ਕਹਿ ਲਓ ਵੀ B ਸੈੱਟ ਦੇ ਵਿੱਚ ਕੋਈ ਖਾਲੀ ਪਿਆ। ਜੇ ਖਾਲੀ ਪਿਆ ਤਾਂ ਇਹ ਔਨ ਟੂ ਨਹੀਂ ਹੈਗਾ। ਹੁਣ ਇਹ ਦੇਖੋ ਇਹਦੇ ਵਿੱਚ ਜਿਹੜਾ B ਸੈੱਟ ਹੈ ਹਰੇਕ ਦੀ ਪ੍ਰੀ ਇਮੇਜ ਪਈ ਹੈ, ਇੱਧਰ B ਦੇ ਵਿੱਚ ਕੋਈ ਵੀ ਖਾਲੀ ਨਹੀਂ ਪਿਆ, ਤਾਂ ਇਹ ਔਨ ਟੂ ਫੰਕਸ਼ਨ ਹੈ। ਸਮਝ ਲੱਗ ਗਈ? ਤਾਂ ਇਹ ਔਨ ਟੂ ਫੰਕਸ਼ਨ ਹੈ ਕਿਉਂਕਿ ਹਰੇਕ ਦੀ ਇਹਦੀ ਪ੍ਰੀ ਇਮੇਜ ਪਈ ਹੋਣੀ ਚਾਹੀਦੀ ਹੈ, B ਦੇ ਵਿੱਚ ਕੋਈ ਵੀ ਖਾਲੀ ਨਹੀਂ ਹੋਣਾ ਚਾਹੀਦਾ। ਇਹ ਔਨ ਟੂ ਹੁੰਦਾ, ਇਹ ਔਨ ਟੂ ਨਹੀਂ ਹੈਗਾ। ਜਿਹੜਾ ਔਨ ਟੂ ਨਾ ਹੋਵੇ ਉਹਨੂੰ ਆਪਾਂ ਇਨ ਟੂ ਫੰਕਸ਼ਨ ਵੀ ਕਹਿ ਦਿੰਦੇ ਹਾਂ। ਠੀਕ ਹੈ, ਤੇ ਔਨ ਟੂ ਦਾ ਦੂਜਾ ਨਾਮ ਵੀ ਯਾਦ ਰੱਖਣਾ ਹੈ, ਔਨ ਟੂ ਨੂੰ ਸਰਜੈਕਟਿਵ ਫੰਕਸ਼ਨ ਵੀ ਕਹਿ ਦਿੰਦੇ ਆ। ਕਈ ਵਾਰ ਆ ਜਾਂਦਾ ਵੀ ਇਨਜੈਕਟਿਵ ਚੈੱਕ ਕਰੋ ਤਾਂ ਇਨਜੈਕਟਿਵ ਦਾ ਮਤਲਬ ਹੋ ਗਿਆ ਸੀ 1 1 ਤੇ ਸਰਜੈਕਟਿਵ ਦਾ ਮਤਲਬ ਹੋ ਗਿਆ ਔਨ ਟੂ। ਤੇ ਅਗਲੀ ਗੱਲ, ਜੇ ਕੋਈ ਫੰਕਸ਼ਨ 1 1 ਔਨ ਟੂ ਦੋਨੋਂ ਹੀ ਹੋਵੇ, ਜੇ ਕੋਈ 1 1 ਵੀ ਹੈਗਾ ਤੇ ਔਨ ਟੂ ਵੀ ਹੈਗਾ, ਦੋਨੇ ਚੀਜ਼ਾਂ ਨੂੰ ਆਪਾਂ ਕਾਮਨਲੀ ਕਹਿ ਦਿੰਦੇ ਆ ਬਾਈਜੈਕਟਿਵ। ਮਤਲਬ ਜੇ ਕਦੇ ਪੇਪਰ 'ਚ ਆ ਜੇ ਵੀ ਬਾਈਜੈਕਟਿਵ ਚੈੱਕ ਕਰੋ ਹੈਗਾ ਜਾਂ ਨਾ, ਤਾਂ ਉਲਝਣ ਦੀ ਲੋੜ ਨਹੀਂ। ਇਹਦਾ ਮਤਲਬ ਆ ਕਿ 1 1 ਵੀ ਦੇਖਣਾ ਹੈਗਾ ਜਾਂ ਨਾ ਤੇ ਔਨ ਟੂ ਵੀ ਦੇਖਣਾ। ਜੇ ਦੋਨੇ ਜੈਸ ਆ ਗਏ ਤਾਂ ਇਹਦਾ ਮਤਲਬ ਇਨਜੈਕਟਿਵ ਤੇ ਸਰਜੈਕਟਿਵ ਦੋਨੇ ਹੋ ਗਏ, ਇਹਦਾ ਮਤਲਬ ਇਹ ਫੰਕਸ਼ਨ ਬਾਈਜੈਕਟਿਵ ਫੰਕਸ਼ਨ ਆ। ਹੁਣ ਬੱਚਿਓ ਮੈਂ ਤੁਹਾਡੇ ਸਾਹਮਣੇ 2-3 ਐਗਜ਼ਾਮਪਲਸ ਰੱਖਣ ਲੱਗਿਆ। ਤੁਸੀਂ ਇਹ ਸਾਰਾ ਜੋ ਮੈਂ ਸਮਝਾਇਆ ਉਹਦੀ ਪ੍ਰੈਕਟਿਸ ਕਰ ਲੈਣੀ ਆ। ਜਿਵੇਂ 4 ਚੀਜ਼ਾਂ ਤੁਸੀਂ ਆਪਣੇ ਦਿਮਾਗ 'ਚ ਸੋਚਣੀਆਂ ਨੇ। ਪਹਿਲਾਂ ਤੁਸੀਂ ਇਹ ਸੋਚਣਾ ਕਿ ਕੀ ਕੋਈ ਫੰਕਸ਼ਨ ਹੈਗਾ, ਉਹਦੇ ਲਈ ਤੁਸੀਂ ਉਹ ਦੋਨੇ ਚੀਜ਼ਾਂ ਆਪਣੇ ਮਾਈਂਡ 'ਚ ਰਿਮਾਈਂਡ ਕਰਨੀਆਂ ਨੇ ਕਿ ਪਹਿਲਾਂ ਲੈਫਟ ਸਾਈਡ 'ਤੇ ਕੋਈ ਖਾਲੀ ਨਹੀਂ ਹੋਣਾ ਚਾਹੀਦਾ, ਦੂਜਾ 1 ਤੋਂ 2 ਤੇ ਐਰੋ ਨਹੀਂ ਜਾਣਾ ਚਾਹੀਦਾ। ਤਾਂ ਫੰਕਸ਼ਨ ਦੇਖਣਾ ਹੁੰਦਾ, ਫਿਰ ਉਦੋਂ ਬਾਅਦ ਤੁਸੀਂ ਦੇਖਣਾ ਵੀ 1 1 ਹੈਗਾ ਤੇ ਫਿਰ ਦੇਖਣਾ ਔਨ ਟੂ ਹੈਗਾ। ਤੁਸੀਂ ਇਹ ਚਾਰੇ ਚੀਜ਼ਾਂ ਹੁਣ ਜਿਹੜੀਆਂ ਐਗਜ਼ਾਮਪਲਸ ਨੇ ਇਕੱਲੇ ਲਈ ਰਿਮਾਈਂਡ ਕਰਨੀਆਂ। ਤਾਂ ਪਹਿਲਾਂ ਦੇਖੋ ਪਿਕਚਰ ਤੁਹਾਡੇ ਸਾਹਮਣੇ ਆ, ਇਹਦੇ ਵਿੱਚ ਚਾਰੇ ਆਪਸ਼ਨ ਦਿੱਤੀਆਂ ਪਈਆਂ ਨੇ, ਨੀਚੇ ਤੁਸੀਂ ਆਨਸਰ ਵੀ ਦਿੱਤਾ ਪਿਆ, ਤੁਸੀਂ ਚੰਗੀ ਤਰ੍ਹਾਂ ਆਪ ਤੋਂ ਚੈੱਕ ਕਰਨਾ। ਤੇ ਇਹ ਸਮਝਣ ਤੋਂ ਬਾਅਦ ਅਗਲੀ ਪਿਕਚਰ ਤੁਹਾਡੇ ਸਾਹਮਣੇ ਆ, ਇਹ ਵੀ ਤੁਸੀਂ ਆਪੇ ਚੈੱਕ ਕਰਨਾ। 4 ਡਾਇਗਰਾਮਸ ਤੁਹਾਡੇ ਸਾਹਮਣੇ ਨੇ, ਇਹਨਾਂ 'ਚੋਂ ਚੈੱਕ ਕਰਨਾ ਕਿਹੜਾ ਫੰਕਸ਼ਨ ਹੈਗਾ, ਫਿਰ ਉਸ ਤੋਂ ਬਾਅਦ 1 1 ਹੈਗਾ, ਔਨ ਟੂ ਹੈਗਾ। ਚੰਗੀ ਤਰ੍ਹਾਂ ਚੈੱਕ ਕਰਕੇ ਤਾਂ ਤੁਸੀਂ ਸਮਝ ਜਾਓਗੇ ਕਿ ਇਹ ਮਾਈਂਡ 'ਚ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਤਾਂ ਅਗਲੀ ਵੀਡੀਓ 'ਚ ਆਪਾਂ ਇਹ ਐਕਸਰਸਾਈਜ਼ ਸੋਲਵ ਕਰਾਂਗੇ ਜੋ 1B ਹੈ, ਜੋ 1 1 ਔਨ ਟੂ ਦੇ ਆਪਾਂ ਕਿਵੇਂ ਚੈੱਕ ਕਰਨਾ ਉਹਦੇ ਬਾਰੇ ਹੈ। ਥੈਂਕ ਯੂ।